ਨਮਸਕਾਰ ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਅੱਜ ਇੱਕ ਵਾਰ ਫੇਰ ਕੋਰੋਨਾ ਵੈਸ਼ਵਿਕ ਮਹਾਮਾਰੀ 'ਤੇ ਗੱਲ ਕਰਨ ਲਈ ਤੁਹਾਡੇ ਦਰਮਿਆਨ ਆਇਆ ਹਾਂ। 22 ਮਾਰਚ ਨੂੰ ਜਨਤਾ ਕਰਫਿਊ ਦਾ ਜਿਹੜਾ ਸੰਕਲਪ ਅਸੀਂ ਲਿਆ ਸੀ, ਇੱਕ ਰਾਸ਼ਟਰ ਦੇ ਨਾਤੇ ਉਹਦੀ ਪ੍ਰਾਪਤੀ ਦੇ ਲਈ ਹਰ ਭਾਰਤਵਾਸੀ ਨੇ ਪੂਰੀ ਸੰਵੇਦਨਸ਼ੀਲਤਾ ਨਾਲ, ਪੂਰੀ ਜ਼ਿੰਮੇਵਾਰੀ ਨਾਲ ਆਪਣਾ ਯੋਗਦਾਨ ਦਿੱਤਾ। ਬੱਚੇ, ਬਜ਼ੁਰਗ, ਛੋਟੇ-ਵੱਡੇ, ਗਰੀਬ, ਦਰਮਿਆਨੇ, ਹਰ ਵਰਗ ਦੇ ਲੋਕ, ਹਰ ਕੋਈ ਇਮਤਿਹਾਨ ਦੀ ਇਸ ਘੜੀ ਵਿੱਚ ਨਾਲ ਆਏ। ਜਨਤਾ ਕਰਫਿਊ ਨੂੰ ਹਰ ਭਾਰਤਵਾਸੀ ਨੇ ਸਫਲ ਬਣਾਇਆ। ਇੱਕ ਦਿਨ ਦੇ ਜਨਤਾ ਕਰਫਿਊ ਨਾਲ ਭਾਰਤ ਨੇ ਵਿਖਾ ਦਿੱਤਾ ਕਿ ਜਦੋਂ ਦੇਸ਼ 'ਤੇ ਸੰਕਟ ਆਉਂਦਾ ਹੈ, ਮਾਨਵਤਾ 'ਤੇ ਸੰਕਟ ਆਉਂਦਾ ਹੈ, ਤਾਂ ਕਿਸ ਤਰ੍ਹਾਂ ਅਸੀਂ ਸਾਰੇ ਭਾਰਤੀ ਮਿਲ ਕੇ, ਇਕਜੁੱਟ ਹੋ ਕੇ ਉਹਦਾ ਮੁਕਾਬਲਾ ਕਰਦੇ ਹਾਂ। ਤੁਸੀਂ ਸਾਰੇ ਜਨਤਾ ਕਰਫਿਊ ਲਈ, ਉਹਦੀ ਸਫਲਤਾ ਦੇ ਲਈ ਪ੍ਰਸ਼ੰਸਾ ਦੇ ਪਾਤਰ ਹੋ। ਸਾਥੀਓ, ਤੁਸੀਂ ਕੋਰੋਨਾ ਵੈਸ਼ਵਿਕ ਮਹਾਮਾਰੀ ਦੀ ਪੂਰੀ ਸਥਿਤੀ ਨੂੰ ਖਬਰਾਂ ਦੇ ਮਾਧਿਅਮ ਨਾਲ ਸੁਣ ਵੀ ਰਹੇ ਹੋ ਅਤੇ ਦੇਖ ਵੀ ਰਹੇ ਹੋ। ਤੁਸੀਂ ਇਹ ਵੀ ਦੇਖ ਰਹੇ ਹੋ ਕਿ ਦੁਨੀਆ ਦੇ ਸਮਰੱਥ ਤੋਂ ਸਮਰੱਥ ਦੇਸ਼ ਵੀ ਕਿਸ ਤਰ੍ਹਾਂ ਇਸ ਮਹਾਮਾਰੀ ਦੇ ਅੱਗੇ ਲਾਚਾਰ ਹੋ ਗਏ। ਇੱਦਾਂ ਨਹੀਂ ਹੈ ਕਿ ਇਹ ਦੇਸ਼ ਕੋਸ਼ਿਸ਼ ਨਹੀਂ ਕਰ ਰਹੇ ਜਾਂ ਉਨ੍ਹਾਂ ਕੋਲ ਸਾਧਨਾਂ ਦੀ ਕਮੀ ਹੈ, ਪਰੰਤੂ ਕੋਰੋਨਾ ਵਾਇਰਸ ਇੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਤਮਾਮ ਤਿਆਰੀਆਂ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ ਦੇਸ਼ਾਂ ਵਿੱਚ ਚੁਣੌਤੀਆਂ ਵਧਦੀਆਂ ਹੀ ਜਾ ਰਹੀਆਂ ਨੇ। ਇਨ੍ਹਾਂ ਸਾਰੇ ਦੇਸ਼ਾਂ ਦੇ 2 ਮਹੀਨਿਆਂ ਦੇ ਅਧਿਐਨ ਤੋਂ ਬਾਅਦ ਜੋ ਸਿੱਟਾ ਨਿਕਲ ਰਿਹਾ ਹੈ, ਅਤੇ ਐਕਸਪਰਟ ਵੀ ਇਹੀ ਕਹਿ ਰਹੇ ਨੇ ਕਿ ਇਸ ਵੈਸ਼ਵਿਕ ਮਹਾਮਾਰੀ ਕੋਰੋਨਾ ਨਾਲ ਲੜਨ ਲਈ ਸਿਰਫ ਇੱਕੋ ਹੀ ਤਰੀਕਾ ਹੈ, ਸੋਸ਼ਲ ਡਿਸਟੈਂਸਿੰਗ। ਸੋਸ਼ਲ ਡਿਸਟੈਂਸਿੰਗ ਯਾਨੀ ਇੱਕ ਦੂਜੇ ਤੋਂ ਦੂਰ ਰਹਿਣਾ, ਆਪਣੇ ਘਰ 'ਚ ਹੀ ਬੰਦ ਰਹਿਣਾ। ਕੋਰੋਨਾ ਤੋਂ ਬਚਣ ਦਾ ਇਸ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ, ਕੋਈ ਰਸਤਾ ਨਹੀਂ ਹੈ। ਕੋਰੋਨਾ ਨੂੰ ਫੈਲਣ ਤੋਂ ਰੋਕਣਾ ਹੈ ਤਾਂ ਉਹਦੇ ਸੰਕਰਮਣ ਦੀ ਜਿਹੜੀ ਸਾਈਕਲ ਹੈ, ਉਸ ਸਾਈਕਲ ਨੂੰ ਤੋੜਨਾ ਹੀ ਹੋਏਗਾ। ਕੁਝ ਲੋਕ ਇਸ ਗਲਤਫਹਿਮੀ ਵਿੱਚ ਨੇ ਕਿ ਸੋਸ਼ਲ ਡਿਸਟੈਂਸਿੰਗ ਸਿਰਫ ਮਰੀਜ਼ ਲਈ, ਬਿਮਾਰ ਵਾਸਤੇ ਹੀ ਹੈ। ਇਹ ਸੋਚਣਾ ਸਹੀ ਨਹੀਂ ਹੈ। ਸੋਸ਼ਲ ਡਿਸਟੈਂਸਿੰਗ ਹਰ ਨਾਗਰਿਕ ਵਾਸਤੇ ਹੈ, ਹਰ ਪਰਿਵਾਰ ਲਈ ਹੈ, ਪਰਿਵਾਰ ਦੇ ਹਰ ਮੈਂਬਰ ਵਾਸਤੇ ਹੈ, ਪ੍ਰਧਾਨ ਮੰਤਰੀ ਲਈ ਵੀ ਹੈ। ਕੁਝ ਲੋਕਾਂ ਦੀ ਲਾਪਰਵਾਹੀ, ਕੁਝ ਲੋਕਾਂ ਦੀ ਗਲਤ ਸੋਚ ਤੁਹਾਨੂੰ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਮਾਤਾ-ਪਿਤਾ ਨੂੰ, ਤੁਹਾਡੇ ਪਰਿਵਾਰ ਨੂੰ, ਤੁਹਾਡੇ ਦੋਸਤਾਂ ਨੂੰ ਅਤੇ ਅੱਗੇ ਚੱਲ ਕੇ ਪੂਰੇ ਦੇਸ਼ ਨੂੰ ਬਹੁਤ ਵੱਡੀ ਮੁਸੀਬਤ ਵਿੱਚ ਪਾ ਦੇਵੇਗੀ। ਜੇਕਰ ਅਜਿਹੀ ਲਾਪਰਵਾਹੀ ਜਾਰੀ ਰਹੀ ਤਾਂ ਭਾਰਤ ਨੂੰ ਇਹਦੀ ਬਹੁਤ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ, ਅਤੇ ਇਹ ਕੀਮਤ ਕਿੰਨੀ ਚੁਕਾਉਣੀ ਪਏਗੀ, ਇਹਦਾ ਤਾਂ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ। ਸਾਥੀਓ, ਪਿਛਲੇ 2 ਦਿਨਾਂ ਤੋਂ ਦੇਸ਼ ਦੇ ਅਨੇਕਾਂ ਹਿੱਸਿਆਂ 'ਚ ਲਾਕਡਾਊਨ ਕਰ ਦਿੱਤਾ ਗਿਆ ਹੈ। ਰਾਜ ਸਰਕਾਰਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਹੈਲਥ ਸੈਕਟਰਸ 'ਚ ਐਕਸਪਰਟ ਅਤੇ ਦੂਜੇ ਦੇਸ਼ਾਂ ਦੇ ਤਜਰਬਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਅੱਜ ਇੱਕ ਮਹੱਤਵਪੂਰਨ ਫੈਸਲਾ ਲੈਣ ਜਾ ਰਿਹਾ ਹੈ। ਅੱਜ ਰਾਤੀਂ 12 ਵਜੇ ਪੂਰੇ ਦੇਸ਼ ਵਿੱਚ, ਧਿਆਨ ਨਾਲ ਸੁਣੋ, ਪੂਰੇ ਦੇਸ਼ ਵਿੱਚ ਅੱਜ ਰਾਤੀਂ 12 ਵਜੇ ਤੋਂ ਪੂਰੇ ਦੇਸ਼ ਵਿੱਚ ਪੂਰੀ ਤਰ੍ਹਾਂ ਲਾਕਡਾਊਨ ਹੋਣ ਜਾ ਰਿਹਾ ਹੈ। ਹਿੰਦੁਸਤਾਨ ਨੂੰ ਬਚਾਉਣ ਵਾਸਤੇ, ਹਿੰਦੁਸਤਾਨ ਦੇ ਹਰ ਨਾਗਰਿਕ ਨੂੰ ਬਚਾਉਣ ਵਾਸਤੇ, ਤੁਹਾਨੂੰ ਬਚਾਉਣ ਲਈ, ਤੁਹਾਡੇ ਪਰਿਵਾਰ ਨੂੰ ਬਚਾਉਣ ਲਈ ਅੱਜ ਰਾਤੀਂ 12 ਵਜੇ ਤੋਂ ਘਰ ਤੋਂ ਬਾਹਰ ਨਿਕਲਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾ ਰਹੀ ਹੈ। ਦੇਸ਼ ਦੇ ਹਰੇਕ ਰਾਜ ਨੂੰ, ਹਰੇਕ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ, ਹਰੇਕ ਜ਼ਿਲ੍ਹੇ, ਹਰੇਕ ਪਿੰਡ, ਹਰੇਕ ਕਸਬੇ, ਹਰ ਇੱਕ ਗਲੀ ਮੁਹੱਲੇ ਨੂੰ ਹੁਣ ਲਾਕਡਾਊਨ ਕੀਤਾ ਜਾ ਰਿਹਾ ਹੈ। ਇਹ ਇੱਕ ਤਰ੍ਹਾਂ ਨਾਲ ਕਰਫਿਊ ਹੀ ਹੈ। ਜਨਤਾ ਕਰਫਿਊ ਨਾਲੋਂ ਹੀ
ਕੁਝ ਕਦਮ ਅਗਾਂਹ ਦੀ ਗੱਲ, ਜਨਤਾ ਕਰਫਿਊ ਨਾਲੋਂ ਜ਼ਰਾ ਜ਼ਿਆਦਾ ਸਖਤ। ਕੋਰੋਨਾ ਮਹਾਮਾਰੀ ਦੇ ਖਿਲਾਫ ਫੈਸਲਾਕੁੰਨ ਲੜਾਈ ਵਾਸਤੇ ਇਹ ਕਦਮ ਹੁਣ ਬਹੁਤ ਜ਼ਰੂਰੀ ਹੈ। ਨਿਸ਼ਚਿਤ ਤੌਰ 'ਤੇ ਇਸ ਲਾਕਡਾਊਨ ਦੀ ਇੱਕ ਆਰਥਿਕ ਕੀਮਤ ਦੇਸ਼ ਨੂੰ ਚੁਕਾਉਣੀ ਪਏਗੀ, ਪਰ ਇੱਕ ਭਾਰਤ ਵਾਸੀ ਦੀ ਜ਼ਿੰਦਗੀ ਨੂੰ ਬਚਾਉਣਾ, ਤੁਹਾਡੀ ਜ਼ਿੰਦਗੀ ਨੂੰ ਬਚਾਉਣਾ, ਤੁਹਾਡੇ ਪਰਿਵਾਰ ਨੂੰ ਬਚਾਉਣਾ, ਇਸ ਵੇਲੇ ਮੇਰੀ, ਭਾਰਤ ਸਰਕਾਰ ਦੀ, ਦੇਸ਼ ਦੀ ਹਰ ਰਾਜ ਸਰਕਾਰ ਦੀ, ਹਰ ਸਥਾਨਕ ਇਕਾਈ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਸਭ ਤੋਂ ਵੱਡੀ ਪਹਿਲ ਹੈ। ਅਤੇ ਇਸ ਵਾਸਤੇ ਮੇਰੀ ਤੁਹਾਨੂੰ ਬੇਨਤੀ ਹੈ, ਤੁਹਾਡੇ ਅੱਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਇਸ ਵੇਲੇ ਦੇਸ਼ ਵਿੱਚ ਜਿੱਥੇ ਵੀ ਹੋ ਉੱਥੇ ਹੀ ਰਹੋ। ਹੁਣ ਦੇ ਹਾਲਾਤ ਨੂੰ ਵੇਖਦਿਆਂ ਦੇਸ਼ ਵਿੱਚ ਇਹ ਲਾਕਡਾਊਨ 21 ਦਿਨ ਦਾ ਹੋਏਗਾ, 3 ਹਫ਼ਤਿਆਂ ਦਾ ਹੋਏਗਾ। ਜਦ ਮੈਂ ਪਿਛਲੀ ਵਾਰਾਂ ਤੁਹਾਡੇ ਨਾਲ ਗੱਲ ਕੀਤੀ ਸੀ, ਉਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਕੁਝ ਹਫ਼ਤੇ ਮੰਗਣ ਲਈ ਆਇਆ। ਆਉਣ ਵਾਲੇ 21 ਦਿਨ ਹਰ ਨਾਗਰਿਕ ਵਾਸਤੇ, ਹਰ ਭਾਰਤ ਵਾਸੀ ਵਾਸਤੇ ਬਹੁਤ ਮਹੱਤਵਪੂਰਨ ਨੇ। ਹੈਲਥ ਐਕਸਪਰਟਸ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਸਾਈਕਲ ਨੂੰ ਤੋੜਨ ਲਈ ਘੱਟੋ ਘੱਟ 21 ਦਿਨਾਂ ਦਾ ਸਮਾਂ ਬਹੁਤ ਅਹਿਮ ਹੈ। ਜੇਕਰ ਇਹ 21 ਦਿਨ ਨਾ ਸੰਭਲੇ ਤਾਂ ਦੇਸ਼ ਅਤੇ ਤੁਹਾਡਾ ਪਰਿਵਾਰ 21 ਸਾਲ ਪਿੱਛੇ ਚਲਿਆ ਜਾਏਗਾ। ਜੇਕਰ ਇਨ੍ਹਾਂ 21 ਦਿਨਾਂ 'ਚ ਨਹੀਂ ਸੰਭਲੇ ਤਾਂ ਕਈ ਪਰਿਵਾਰ ਹਮੇਸ਼ਾ ਲਈ ਤਬਾਹ ਹੋ ਜਾਣਗੇ। ਅਤੇ ਮੈਂ ਇਹ ਗੱਲ ਇੱਕ ਪ੍ਰਧਾਨ ਮੰਤਰੀ ਦੇ ਤੌਰ 'ਤੇ ਨਹੀਂ, ਤੁਹਾਡੇ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਕਹਿ ਰਿਹਾ। ਇਸ ਲਈ ਬਾਹਰ ਨਿਕਲਣਾ ਕੀ ਹੁੰਦਾ, ਇਹ 21 ਦਿਨਾਂ ਲਈ ਭੁੱਲ ਜਾਓ। ਘਰ ਵਿੱਚ ਰਹੋ, ਘਰ ਵਿੱਚ ਰਹੋ ਅਤੇ ਇੱਕ ਹੀ ਕੰਮ ਕਰੋ ਕਿ ਆਪਣੇ ਘਰ ਵਿੱਚ ਹੀ ਰਹੋ। ਸਾਥੀਓ, ਅੱਜ ਦੇ ਫੈਸਲੇ ਨੇ, ਦੇਸ਼ ਵਿਆਪੀ ਲਾਕਡਾਊਨ ਨੇ ਤੁਹਾਡੇ ਘਰ ਦੇ ਬੂਹੇ ਉੱਪਰ ਇੱਕ ਲਛਮਣ ਰੇਖਾ ਖਿੱਚ ਦਿੱਤੀ ਹੈ। ਤੁਸੀਂ ਇਹ ਸਦਾ ਯਾਦ ਰੱਖਣਾ ਹੈ ਕਿ ਘਰੋਂ ਬਾਹਰ ਪੈਣ ਵਾਲਾ ਤੁਹਾਡਾ ਸਿਰਫ ਇੱਕ ਕਦਮ, ਤੁਹਾਡਾ ਸਿਰਫ ਇੱਕ ਪੈਰ ਕੋਰੋਨਾ ਵਰਗੀ ਗੰਭੀਰ ਮਹਾਮਾਰੀ ਨੂੰ ਤੁਹਾਡੇ ਘਰ ਲਿਆ ਸਕਦਾ ਹੈ। ਤੁਸੀਂ ਇਹ ਯਾਦ ਰੱਖਣਾ ਹੈ ਕਿ ਕਈ ਵਾਰ ਕੋਰੋਨਾ ਨਾਲ ਸੰਕਰਮਿਤ, ਪ੍ਰਭਾਵਿਤ ਵਿਅਕਤੀ ਸ਼ੁਰੂਆਤ ਵਿੱਚ ਬਿਲਕੁਲ ਸਿਹਤਮੰਦ ਲੱਗਦਾ ਹੈ, ਪਰ ਉਹ ਸੰਕਰਮਿਤ ਹੈ ਇਹਦਾ ਪਤਾ ਹੀ ਨਹੀਂ ਲੱਗਦਾ। ਅਤੇ ਇਸ ਲਈ ਸਾਵਧਾਨੀ ਵਰਤੋ, ਆਪਣੇ ਘਰ ਵਿੱਚ ਹੀ ਰਹੋ। ਵੈਸੇ ਜੋ ਲੋਕ ਘਰ ਵਿੱਚ ਨੇ ਉਹ ਸੋਸ਼ਲ ਮੀਡੀਆ ਉੱਪਰ ਨਵੇਂ ਤਰੀਕਿਆਂ ਨਾਲ, ਬਹੁਤ ਇਨੋਵੇਟਿਵ ਤਰੀਕੇ ਨਾਲ ਇਸ ਗੱਲ ਨੂੰ ਦੱਸ ਰਹੇ ਨੇ। ਇੱਕ ਬੈਨਰ ਜੋ ਮੈਨੂੰ ਵੀ ਪਸੰਦ ਆਇਆ, ਮੈਂ ਤੁਹਾਨੂੰ ਵੀ ਇਹ ਬਹੁਤ ਘੱਟ ਸ਼ਬਦਾਂ ਵਿੱਚ ਸੰਦੇਸ਼ ਸੁਣਾਉਣਾ ਚਾਹੁੰਦਾ। ਕੋਰੋਨਾ ਭਾਵ ਕੋਈ ਰੋਡ ਉੱਪਰ ਨਾ ਨਿਕਲੇ। ਕੋਰੋਨਾ ਭਾਵ ਕੋਈ ਰੋਡ ਉੱਪਰ ਨਾ ਨਿਕਲੇ। ਸਾਥੀਓ, ਐਕਸਪਰਟਸ ਦਾ ਇਹ ਵੀ ਕਹਿਣਾ ਹੈ ਕਿ ਅੱਜ ਜੇਕਰ ਕਿਸੇ ਵਿਅਕਤੀ ਵਿੱਚ ਕੋਰੋਨਾ ਵਾਇਰਸ ਪਹੁੰਚ ਜਾਂਦਾ ਹੈ ਤਾਂ ਉਸ ਦੇ ਸਰੀਰ ਵਿੱਚ ਇਸ ਦੇ ਲੱਛਣ ਦਿਸਣ ਵਿੱਚ ਕਈ ਦਿਨ ਲੱਗ ਜਾਂਦੇ ਨੇ। ਇਸ ਦੌਰਾਨ ਉਹ ਜਾਣੇ ਅਣਜਾਣੇ ਹਰ ਉਸ ਵਿਅਕਤੀ ਨੂੰ ਸੰਕਰਮਿਤ ਕਰ ਦਿੰਦਾ ਹੈ ਜੋ ਉਸ ਦੇ ਸੰਪਰਕ ਵਿੱਚ ਆਉਂਦਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਦੱਸਦੀ ਹੈ ਕਿ ਇਸ ਮਹਾਮਾਰੀ ਨਾਲ ਸੰਕਰਮਿਤ ਇੱਕ ਵਿਅਕਤੀ, ਸੁਣੋ, ਇੱਕ ਵਿਅਕਤੀ ਸਿਰਫ ਹਫ਼ਤੇ 10 ਦਿਨਾਂ 'ਚ ਸੈਂਕੜੇ ਲੋਕਾਂ ਤੱਕ ਇਸ ਬਿਮਾਰੀ ਨੂੰ ਪਹੁੰਚਾ ਸਕਦਾ ਹੈ। ਭਾਵ ਇਹ ਅੱਗ ਦੀ ਤਰ੍ਹਾਂ ਤੇਜ਼ੀ ਨਾਲ ਫੈਲਦਾ ਹੈ। WHO ਦਾ ਹੀ ਇੱਕ ਹੋਰ ਅੰਕੜਾ ਬਹੁਤ ਮਹੱਤਵਪੂਰਨ ਹੈ। ਸਾਥੀਓ, ਦੁਨੀਆ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਸੰਕਰਮਿਤ ਵਿਅਕਤੀਆਂ ਦੀ ਗਿਣਤੀ ਨੂੰ ਪਹਿਲੇ 1 ਲੱਖ ਤੱਕ ਪਹੁੰਚਣ ਵਿੱਚ 67 ਦਿਨ ਲੱਗ ਗਏ ਸਨ। ਭਾਵ 1 ਲੱਖ ਤੱਕ ਪਹੁੰਚਣ ਵਿੱਚ 67 ਦਿਨ। ਉਸ ਤੋਂ ਬਾਅਦ ਸਿਰਫ 11 ਦਿਨਾਂ ਵਿੱਚ ਹੀ 1 ਲੱਖ ਨਵੇਂ ਲੋਕ ਪ੍ਰਭਾਵਿਤ ਹੋਏ, ਸੰਕਰਮਿਤ ਹੋਏ। ਭਾਵ 2 ਲੱਖ ਹੋ ਗਏ। ਸੋਚੋ, ਪਹਿਲੇ 1 ਲੱਖ ਲੋਕ ਸੰਕਰਮਿਤ ਹੋਣ ਵਿੱਚ
67 ਦਿਨ ਲੱਗੇ ਅਤੇ ਫਿਰ ਇਸ ਨੂੰ 2 ਲੱਖ ਲੋਕਾਂ ਤੱਕ ਪਹੁੰਚਣ ਵਿੱਚ ਸਿਰਫ 11 ਦਿਨ ਲੱਗੇ। ਇਹ ਹੋਰ ਵੀ ਡਰਾਉਣਾ ਹੈ ਕਿ 2 ਲੱਖ ਇਨਫੈਕਟਡ ਲੋਕਾਂ ਤੋਂ 3 ਲੱਖ ਤੱਕ ਪਹੁੰਚਣ 'ਚ ਸਿਰਫ 4 ਦਿਨ ਲੱਗੇ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਰੋਨਾ ਵਾਇਰਸ ਕਿੰਨੀ ਤੇਜ਼ੀ ਨਾਲ ਫੈਲਦਾ ਹੈ ਅਤੇ ਜਦੋਂ ਇਹ ਫੈਲਣਾ ਸ਼ੁਰੂ ਹੁੰਦਾ ਹੈ ਤਾਂ ਇਸ ਨੂੰ ਰੋਕਣਾ ਬਹੁਤ ਮੁਸ਼ਕਿਲ ਹੁੰਦਾ ਹੈ। ਸਾਥੀਓ, ਇਹੀ ਵਜ੍ਹਾ ਹੈ ਕਿ ਚੀਨ, ਅਮਰੀਕਾ, ਫਰਾਂਸ, ਜਰਮਨ, ਸਪੇਨ, ਇਟਲੀ, ਈਰਾਨ ਵਰਗੇ ਕਈ ਦੇਸ਼ਾਂ 'ਚ ਜਦੋਂ ਕੋਰੋਨਾ ਵਾਇਰਸ ਨੇ ਫੈਲਣਾ ਸ਼ੁਰੂ ਕੀਤਾ ਤਾਂ ਹਾਲਾਤ ਬੇਕਾਬੂ ਹੋ ਗਏ। ਅਤੇ ਇਹ ਵੀ ਯਾਦ ਰੱਖਣਾ, ਇਟਲੀ ਹੋਵੇ ਜਾਂ ਅਮਰੀਕਾ, ਇਨ੍ਹਾਂ ਦੇਸ਼ਾਂ ਦੀਆਂ ਸਿਹਤ ਸੇਵਾਵਾਂ, ਉਨ੍ਹਾਂ ਦੇ ਹਸਪਤਾਲ, ਉਨ੍ਹਾਂ ਦੀਆਂ ਮਾਡਰਨ ਰਿਸਰਚਿਜ਼, ਆਧੁਨਿਕ ਸੰਸਾਧਨ ਪੂਰੀ ਦੁਨੀਆ 'ਚ ਬਿਹਤਰੀਨ ਨੇ। ਉਨ੍ਹਾਂ ਦੀਆਂ ਸੁਵਿਧਾਵਾਂ ਪੂਰੀ ਦੁਨੀਆ 'ਚ ਬਿਹਤਰੀਨ ਮੰਨੀਆਂ ਜਾਂਦੀਆਂ ਨੇ। ਬਾਵਜੂਦ ਇਸ ਦੇ ਇਹ ਦੇਸ਼ ਕੋਰੋਨਾ ਵਾਇਰਸ ਦਾ ਪ੍ਰਭਾਵ ਘੱਟ ਨਹੀਂ ਕਰ ਪਾਏ। ਸਵਾਲ ਇਹ ਹੈ ਕਿ ਇਸ ਸਥਿਤੀ ਵਿੱਚ ਉਮੀਦ ਦੀ ਕਿਰਨ ਕਿੱਥੇ ਹੈ? ਉਪਰਾਲਾ ਕੀ ਹੈ? ਵਿਕਲਪ ਕੀ ਹੈ? ਸਾਥੀਓ, ਕੋਰੋਨਾ ਤੋਂ ਨਿਜਾਤ ਪਾਉਣ ਲਈ ਉਮੀਦ ਦੀ ਕਿਰਨ ਉਨ੍ਹਾਂ ਦੇਸ਼ਾਂ ਤੋਂ ਮਿਲੇ ਤਜਰਬੇ ਨੇ ਜੋ ਕੋਰੋਨਾ ਨੂੰ ਕੁਝ ਹੱਦ ਤੱਕ ਕੰਟਰੋਲ ਕਰ ਪਾਏ। ਹਫ਼ਤਿਆਂ ਤੱਕ ਇਨ੍ਹਾਂ ਦੇਸ਼ਾਂ ਦੇ ਨਾਗਰਿਕ ਘਰੋਂ ਬਾਹਰ ਨਹੀਂ ਨਿਕਲੇ। ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੇ 100% 100% ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕੀਤੀ ਅਤੇ ਇਸੇ ਲਈ ਇਹ ਕੁਝ ਦੇਸ਼ ਹੁਣ ਇਸ ਮਹਾਮਾਰੀ ਤੋਂ ਬਾਹਰ ਆਉਣ ਵੱਲ ਅੱਗੇ ਵਧ ਰਹੇ ਨੇ। ਸਾਨੂੰ ਵੀ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਸਾਡੇ ਸਾਹਮਣੇ ਸਿਰਫ ਅਤੇ ਸਿਰਫ ਇਹੀ ਇੱਕ ਰਸਤਾ ਹੈ, ਇੱਕੋ ਹੀ ਰਾਹ ਕਿ ਸਾਨੂੰ ਘਰੋਂ ਬਾਹਰ ਨਹੀਂ ਨਿਕਲਣਾ ਹੈ। ਭਾਵੇਂ ਜੋ ਵੀ ਹੋ ਜਾਏ, ਘਰ 'ਚ ਹੀ ਰਹਿਣਾ ਹੈ। ਸੋਸ਼ਲ ਡਿਸਟੈਂਸਿੰਗ ਪ੍ਰਧਾਨ ਮੰਤਰੀ ਤੋਂ ਲੈ ਕੇ ਪਿੰਡ ਦੇ ਛੋਟੇ ਜਿਹੇ ਨਾਗਰਿਕ ਤੱਕ ਸਾਰਿਆਂ ਲਈ ਕੋਰੋਨਾ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜਦੋਂ ਘਰ ਦੀ ਲਛਮਣ ਰੇਖਾ ਨਾ ਪਾਰ ਕੀਤੀ ਜਾਏ। ਸਾਨੂੰ ਇਸ ਮਹਾਮਾਰੀ ਦੇ ਵਾਇਰਸ ਦਾ ਇਨਫੈਕਸ਼ਨ ਰੋਕਣਾ ਹੈ, ਇਸ ਦੇ ਫੈਲਣ ਦੀ ਚੇਨ ਨੂੰ ਤੋੜਨਾ ਹੈ। ਸਾਥੀਓ, ਭਾਰਤ ਅੱਜ ਉਹ ਸਟੇਜ ਉੱਤੇ ਹੈ ਜਿੱਥੇ ਸਾਡੇ ਅੱਜ ਦੇ ਐਕਸ਼ਨ ਤੈਅ ਕਰਨਗੇ ਕਿ ਇਸ ਵੱਡੀ ਮੁਸੀਬਤ ਦੇ ਪ੍ਰਭਾਵ ਨੂੰ ਅਸੀਂ ਕਿੰਨਾ ਘੱਟ ਕਰ ਸਕਦੇ ਹਾਂ। ਇਹ ਸਮਾਂ ਸਾਡੇ ਸੰਕਲਪ ਨੂੰ ਵਾਰ-ਵਾਰ ਮਜ਼ਬੂਤ ਕਰਨ ਦਾ ਹੈ। ਇਹ ਸਮਾਂ ਪੈਰ-ਪੈਰ 'ਤੇ ਸੰਜਮ ਵਰਤਣ ਦਾ ਹੈ। ਤੁਹਾਨੂੰ ਯਾਦ ਰੱਖਣਾ ਹੈ ਕਿ ਜਾਨ ਹੈ ਤਾਂ ਜਹਾਨ ਹੈ। ਸਾਥੀਓ, ਇਹ ਸਬਰ ਅਤੇ ਅਨੁਸ਼ਾਸਨ ਦੀ ਘੜੀ ਹੈ। ਜਦੋਂ ਤੱਕ ਦੇਸ਼ ਵਿੱਚ ਲਾਕਡਾਊਨ ਦੀ ਸਥਿਤੀ ਹੈ, ਸਾਨੂੰ ਆਪਣਾ ਸੰਕਲਪ ਨਿਭਾਉਣਾ ਹੈ, ਆਪਣਾ ਵਚਨ ਨਿਭਾਉਣਾ ਹੈ। ਮੇਰੀ ਆਪ ਸਭ ਨੂੰ ਹੱਥ ਜੋੜ ਕੇ ਪ੍ਰਾਰਥਨਾ ਹੈ ਕਿ ਘਰਾਂ 'ਚ ਰਹਿੰਦਿਆਂ ਹੋਇਆਂ ਤੁਸੀਂ ਉਹਨਾਂ ਲੋਕਾਂ ਦੇ ਬਾਰੇ ਸੋਚੋ, ਉਹਨਾਂ ਦੇ ਲਈ ਮੰਗਲ ਕਾਮਨਾ ਕਰੋ ਜੋ ਆਪਣਾ ਫਰਜ਼ ਨਿਭਾਉਣ ਖਾਤਰ ਖੁਦ ਨੂੰ ਖਤਰੇ 'ਚ ਪਾ ਕੇ ਕੰਮ ਕਰ ਰਹੇ ਨੇ। ਉਹਨਾਂ ਡਾਕਟਰਜ਼, ਉਹਨਾਂ ਨਰਸਿਜ਼, ਪੈਰਾਮੈਡੀਕਲ ਸਟਾਫ, ਪੈਥੋਲੋਜਿਸਟਸ, ਉਹਨਾਂ ਬਾਰੇ ਸੋਚੋ ਜੋ ਇਸ ਮਹਾਮਾਰੀ ਤੋਂ ਇੱਕ-ਇੱਕ ਜੀਵਨ ਨੂੰ ਬਚਾਉਣ ਲਈ ਦਿਨ-ਰਾਤ ਹਸਪਤਾਲ 'ਚ ਕੰਮ ਕਰ ਰਹੇ ਨੇ। ਹਸਪਤਾਲ ਪ੍ਰਸ਼ਾਸਨ ਦੇ ਲੋਕ, ਐਂਬੂਲੈਂਸ ਚਲਾਉਣ ਵਾਲੇ ਡਰਾਈਵਰਜ਼, ਵਾਰਡ ਬॉयਜ਼, ਉਹਨਾਂ ਸਫਾਈ ਕਰਮਚਾਰੀਆਂ ਬਾਰੇ ਸੋਚੋ ਜੋ ਇਨ੍ਹਾਂ ਮੁਸ਼ਕਿਲ ਹਾਲਾਤ 'ਚ ਦੁਨੀਆ ਦੀ ਸੇਵਾ ਕਰ ਰਹੇ ਨੇ। ਤੁਸੀਂ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰੋ ਜੋ ਤੁਹਾਡੀ ਸੁਸਾਇਟੀ, ਤੁਹਾਡੇ ਮੁਹੱਲਿਆਂ, ਤੁਹਾਡੀਆਂ ਸੜਕਾਂ, ਪਬਲਿਕ ਪਲੇਸਿਸ ਨੂੰ ਸੈਨੀਟਾਈਜ਼ ਕਰਨ ਦੇ ਕੰਮ ਵਿੱਚ ਜੁਟੇ ਹੋਏ ਨੇ ਤਾਂ ਕਿ ਇਸ ਵਾਇਰਸ ਦਾ ਨਾਮੋ ਨਿਸ਼ਾਨ ਉਸ ਥਾਂ 'ਤੇ ਨਾ ਰਹੇ। ਤੁਹਾਨੂੰ ਸਹੀ ਜਾਣਕਾਰੀ ਦੇਣ ਲਈ 24 ਘੰਟੇ ਕੰਮ ਕਰ ਰਹੇ ਮੀਡੀਆ ਦੇ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਜੋ ਸੰਕਰਮਣ ਦਾ ਖਤਰਾ ਚੁੱਕ ਕੇ ਸੜਕਾਂ 'ਤੇ, ਹਸਪਤਾਲਾਂ ਵਿੱਚ ਨੇ। ਤੁਸੀਂ ਆਪਣੇ ਆਲੇ-ਦੁਆਲੇ ਦੇ ਪੁਲਿਸ ਕਰਮੀਆਂ ਦੇ ਬਾਰੇ ਸੋਚੋ ਜੋ ਆਪਣੇ ਘਰ ਪਰਿਵਾਰ ਦੀ ਚਿੰਤਾ ਕੀਤੇ ਬਗੈਰ ਤੁਹਾਨੂੰ ਬਚਾਉਣ ਲਈ, ਤੁਹਾਡੇ ਪਰਿਵਾਰ ਨੂੰ ਬਚਾਉਣ ਲਈ ਦਿਨ-ਰਾਤ ਡਿਊਟੀ ਕਰ ਰਹੇ ਨੇ। ਅਤੇ ਕਈ ਵਾਰ ਕੁਝ ਲੋਕਾਂ ਦੀ ਗੁਸਤਾਖੀ ਦਾ, ਗੁੱਸੇ ਦਾ ਵੀ ਸ਼ਿਕਾਰ ਹੋ ਜਾਂਦੇ ਨੇ, ਗੁੱਸਾ ਵੀ ਝੱਲਦੇ ਨੇ। ਸਾਥੀਓ, ਕੋਰੋਨਾ ਵੈਸ਼ਵਿਕ ਮਹਾਮਾਰੀ ਨਾਲ ਬਣੀਆਂ ਪਰਿਸਥਿਤੀਆਂ ਨੇ ਦੇਸ਼ ਵਿੱਚ ਕੇਂਦਰ ਅਤੇ ਰਾਜ ਭਰ ਦੀਆਂ ਸਰਕਾਰਾਂ ਤੇਜ਼ੀ ਨਾਲ ਕੰਮ ਕਰ ਰਹੀਆਂ ਨੇ। ਰੋਜ਼ਮਰਾ ਦੀ ਜ਼ਿੰਦਗੀ 'ਚ ਲੋਕਾਂ ਨੂੰ ਅਸੁਵਿਧਾ ਨਾ ਹੋਵੇ, ਇਸ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।
ਸਾਰੀਆਂ ਜ਼ਰੂਰੀ ਵਸਤੂਆਂ ਦੀ ਸਪਲਾਈ ਬਣੀ ਰਹੇ, ਇਸ ਦੇ ਲਈ ਸਾਰੇ ਉਪਾਅ ਕੀਤੇ ਗਏ ਨੇ ਅਤੇ ਅੱਗੇ ਵੀ ਕੀਤੇ ਜਾਣਗੇ। ਨਿਸ਼ਚਿਤ ਤੌਰ 'ਤੇ ਸੰਕਟ ਦੀ ਇਹ ਘੜੀ ਗਰੀਬਾਂ ਲਈ ਵੀ ਬੜਾ ਮੁਸ਼ਕਿਲ ਵਕਤ ਲੈ ਕੇ ਆਈ ਹੈ। ਕੇਂਦਰ ਸਰਕਾਰ, ਰਾਜ ਸਰਕਾਰਾਂ ਦੇ ਨਾਲ ਸਮਾਜ ਦੇ ਹੋਰ ਸੰਗਠਨ, ਸਿਵਲ ਸੁਸਾਇਟੀ ਦੇ ਲੋਕ ਗਰੀਬਾਂ ਨੂੰ ਮੁਸੀਬਤ ਘੱਟ ਹੋਵੇ, ਇਸ ਦੇ ਲਈ ਲਗਾਤਾਰ ਲੱਗੇ ਹੋਏ ਨੇ। ਗਰੀਬਾਂ ਦੀ ਮਦਦ ਦੇ ਲਈ ਲੋਕ ਨਾਲ ਆ ਰਹੇ ਨੇ। ਸਾਥੀਓ, ਜੀਵਨ ਜਿਊਣ ਲਈ ਜੋ ਜ਼ਰੂਰੀ ਹੈ, ਉਸ ਦੇ ਲਈ ਸਾਰੀਆਂ ਕੋਸ਼ਿਸ਼ਾਂ ਦੇ ਨਾਲ ਹੀ ਜੀਵਨ ਬਚਾਉਣ ਦੇ ਲਈ ਵੀ ਜੋ ਜ਼ਰੂਰੀ ਹੈ, ਉਸ ਨੂੰ ਸਭ ਤੋਂ ਜ਼ਿਆਦਾ ਪਹਿਲ ਦੇਣੀ ਹੀ ਪਏਗੀ। ਇਸ ਵੈਸ਼ਵਿਕ ਮਹਾਮਾਰੀ ਨਾਲ ਮੁਕਾਬਲਾ ਕਰਨ ਲਈ ਦੇਸ਼ ਦੀਆਂ ਸਿਹਤ ਸੁਵਿਧਾਵਾਂ ਨੂੰ ਤਿਆਰ ਕਰਨ ਦਾ ਕੰਮ ਕੇਂਦਰ ਸਰਕਾਰ ਲਗਾਤਾਰ ਕਰ ਰਹੀ ਹੈ। ਵਿਸ਼ਵ ਸਿਹਤ ਸੰਗਠਨ ਭਾਰਤ ਦੇ ਵੱਡੇ ਚਿਕਿਤਸਾ ਅਤੇ ਅਨੁਸੰਧਾਨ ਸੰਸਥਾਨਾਂ ਅਤੇ ਸਿਹਤ ਮਾਹਿਰਾਂ ਦੀ ਸਲਾਹ ਅਤੇ ਸੁਝਾਵਾਂ 'ਤੇ ਕੰਮ ਕਰਦੇ ਹੋਏ ਸਰਕਾਰ ਨੇ ਲਗਾਤਾਰ ਫੈਸਲੇ ਵੀ ਲਏ ਨੇ। ਹੁਣ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਦੇਸ਼ ਦੇ ਹੈਲਥ ਇਨਫਰਾਸਟ੍ਰਕਚਰ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਕੇਂਦਰ ਸਰਕਾਰ ਨੇ ਅੱਜ 15,000 ਕਰੋੜ ਰੁਪਏ ਦਾ ਇੰਤਜ਼ਾਮ ਕੀਤਾ ਹੈ। ਇਸ ਦੇ ਨਾਲ ਕੋਰੋਨਾ ਨਾਲ ਜੁੜੀਆਂ ਟੈਸਟਿੰਗ ਫੈਸਿਲਿਟੀਜ਼, ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟਸ, ਆਈਸੋਲੇਸ਼ਨ ਬੈੱਡਸ, ਆਈਸੀਯੂ ਬੈੱਡਸ, ਵੈਂਟੀਲੇਟਰਸ ਅਤੇ ਹੋਰ ਜ਼ਰੂਰੀ ਸਾਧਨਾਂ ਦੀ ਗਿਣਤੀ ਤੇਜ਼ੀ ਨਾਲ ਵਧਾਈ ਜਾਏਗੀ। ਨਾਲ ਹੀ ਮੈਡੀਕਲ ਅਤੇ ਪੈਰਾਮੈਡੀਕਲ ਟ੍ਰੇਨਿੰਗ 'ਤੇ ਵੀ ਕੰਮ ਕੀਤਾ ਜਾਏਗਾ। ਮੈਂ ਰਾਜ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਵੇਲੇ ਸਾਰੇ ਰਾਜਾਂ ਦੀ ਪਹਿਲ ਸਿਰਫ ਅਤੇ ਸਿਰਫ ਸਿਹਤ ਸੇਵਾਵਾਂ ਹੀ ਹੋਣੀ ਚਾਹੀਦੀ ਹੈ। ਹੈਲਥ ਕੇਅਰ ਹੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਮੈਨੂੰ ਸੰਤੋਖ ਹੈ ਕਿ ਦੇਸ਼ ਦਾ ਪ੍ਰਾਈਵੇਟ ਸੈਕਟਰ ਵੀ ਪੂਰੀ ਤਰ੍ਹਾਂ ਦੇ ਨਾਲ ਮੋਢਾ ਜੋੜ ਕੇ ਸੰਕਟ ਅਤੇ ਸੰਕਰਮਣ ਦੀ ਇਸ ਘੜੀ ਵਿੱਚ ਦੇਸ਼ ਵਾਸੀਆਂ ਦੇ ਨਾਲ ਖੜ੍ਹਾ ਹੈ। ਪ੍ਰਾਈਵੇਟ ਲੈਬਸ, ਪ੍ਰਾਈਵੇਟ ਹਸਪਤਾਲ ਸਾਰੇ ਇਸ ਚੁਣੌਤੀ ਦੇ ਦੌਰ ਵਿੱਚ ਸਰਕਾਰ ਨਾਲ ਕੰਮ ਕਰਨ ਲਈ ਅੱਗੇ ਆ ਰਹੇ ਨੇ। ਲੇਕਿਨ ਸਾਥੀਓ, ਇਹ ਵੀ ਧਿਆਨ ਰੱਖੋ ਕਿ ਇਸ ਸਮੇਂ 'ਚ ਜਾਣੇ ਅਣਜਾਣੇ ਕਈ ਵਾਰ ਅਫਵਾਹਾਂ ਵੀ ਬੜਾ ਜ਼ੋਰ ਫੜਦੀਆਂ ਨੇ ਅਤੇ ਅਫਵਾਹਾਂ ਦੇ ਟਰੈਵਲ ਕਰਨ ਦੀ ਬੜੀ ਤਾਕਤ ਹੁੰਦੀ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਅਤੇ ਅੰਧ ਵਿਸ਼ਵਾਸ ਤੋਂ ਬਚੋ। ਤੁਹਾਡੇ ਲਈ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਮੈਡੀਕਲ ਫਰੈਟਰਨਿਟੀ ਵੱਲੋਂ ਜਾਰੀ ਨਿਰਦੇਸ਼ਾਂ ਅਤੇ ਸੁਝਾਵਾਂ ਦੀ ਪਾਲਣਾ ਕਰਨੀ ਹੀ ਜ਼ਰੂਰੀ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਇਸ ਬਿਮਾਰੀ ਦੇ ਲੱਛਣਾਂ ਦੇ ਦੌਰਾਨ ਬਿਨਾਂ ਡਾਕਟਰ ਦੀ ਸਲਾਹ ਦੇ ਕੋਈ ਵੀ ਦਵਾਈ ਨਾ ਲਓ। ਕਿਸੇ ਵੀ ਤਰ੍ਹਾਂ ਦਾ ਖਿਲਵਾੜ ਤੁਹਾਡੇ ਜੀਵਨ ਨੂੰ ਹੋਰ ਖਤਰੇ ਵਿੱਚ ਪਾ ਸਕਦਾ ਹੈ। ਸਾਥੀਓ, ਮੈਨੂੰ ਵਿਸ਼ਵਾਸ ਹੈ ਕਿ ਹਰ ਭਾਰਤੀ ਸੰਕਟ ਦੀ ਇਸ ਘੜੀ ਵਿੱਚ ਸਰਕਾਰ ਦੇ ਸਥਾਨਕ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰੇਗਾ। 21 ਦਿਨਾਂ ਦਾ ਲਾਕਡਾਊਨ ਲੰਮਾ ਸਮਾਂ ਹੈ, ਲੇਕਿਨ ਤੁਹਾਡੇ ਜੀਵਨ ਦੀ ਰੱਖਿਆ ਲਈ, ਤੁਹਾਡੇ ਪਰਿਵਾਰ ਦੀ ਰੱਖਿਆ ਲਈ ਓਨਾ ਹੀ ਮਹੱਤਵਪੂਰਨ ਹੈ। ਸਾਡੇ ਕੋਲ ਇਹੀ ਇੱਕ ਮਹੱਤਵਪੂਰਨ ਰਸਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਹਿੰਦੁਸਤਾਨੀ ਇਸ ਸੰਕਟ ਦਾ ਨਾ ਸਿਰਫ ਸਫਲਤਾ ਨਾਲ ਮੁਕਾਬਲਾ ਕਰਨਗੇ, ਬਲਕਿ ਇਸ ਮੁਸ਼ਕਿਲ ਘੜੀ 'ਚੋਂ ਜੇਤੂ ਹੋ ਕੇ ਨਿਕਲਣਗੇ। ਤੁਸੀਂ ਆਪਣਾ ਧਿਆਨ ਰੱਖੋ, ਆਪਣਿਆਂ ਦਾ ਧਿਆਨ ਰੱਖੋ ਅਤੇ ਆਤਮ ਵਿਸ਼ਵਾਸ ਦੇ ਨਾਲ ਕਾਨੂੰਨ ਨਿਯਮਾਂ ਦੀ ਪਾਲਣਾ ਕਰਦੇ ਹੋਏ, ਪੂਰੀ ਤਰ੍ਹਾਂ ਸੰਜਮ ਵਰਤਦੇ ਹੋਏ ਜਿੱਤ ਦਾ ਸੰਕਲਪ ਕਰਕੇ ਅਸੀਂ ਸਭ ਇਨ੍ਹਾਂ ਬੰਨ੍ਹਣਾਂ ਨੂੰ ਸਵੀਕਾਰੀਏ। ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ।